हाँ जी। दास अनिन्न मेरो निज रूप दर्शन निमख ताप त्रय मोचन परसत मुक्त करत ग्रह कूप रहाओ। दास अनिन्न ਇਹ ਠਾਕਰ ਬੋਲਦਾ ਹੁਣ। दास अनिन्न मेरो निज रूप। ਹੁਣ ਠਾਕਰ ਬੋਲਦਾ, ਪਹਿਲਾਂ ਬੋਲਿਆ ਸੇਵਕ। ਦੋ ਸ਼ਬਦ ਸੇਵਕ ਦੇ ਨੇ, ਦੋ ਸ਼ਬਦ ਤਾਂ ਸੇਵਕ ਦੇ ਨੇ। ਸੇਵਕ ਦੀ ਗੱਲ ਸੁਣ ਲਈ, ਹੁਣ ਠਾਕਰ ਜਵਾਬ ਦਿੰਦਾ, ਕਹਿੰਦਾ ਜਿਹੜੇ ਦਾਸ ਨੇ ਨਾ ਮੇਰੇ, ਉਹ ਅਨੰਨ ਨੇ, ਉਹਨਾਂ ਵਰਗਾ ਕੋਈ ਦਾਸ ਹੋ ਹੀ ਨਹੀਂ ਸਕਦਾ ਦੁਨੀਆ 'ਚ। दास अनिन्न ਮੇਰੇ ਜਿਹੜੇ ਦਾਸ ਨੇ, ਇਹੋ ਜਿਹਾ ਸੰਸਾਰ 'ਚ ਕੋਈ ਦਾਸ ਨਹੀਂ ਹੋ ਸਕਦਾ ਕਿਸੇ ਦਾ। मेरो निज रूप। ਮੇਰਾ ਨਿਜ ਰੂਪ ਹੈ ਨੇ ਉਹ, ਮੇਰਾ ਉਹ, ਮੇਰੀ ਫੋਟੋ ਸਟੇਟ ਕਾਪੀ ਹੈ ਉਹ, ਫੋਟੋ ਸਟੇਟ ਹੈ ਮੇਰੀ। ਮੇਰੇ ਦਾਸ ਨੇ ਜਿਹੜੇ, ਮੇਰੀ ਫੋਟੋ ਸਟੇਟ ਹੈ ਉਹ। दर्शन निमख ताप त्रय मोचन परसत मुक्त करत ग्रह कूप। ਦਰਸ਼ਨ ਹੈ ਜਿਹੜਾ ਉਹਨਾਂ ਦਾ, ਦਾਸਾਂ ਦਾ, ਜਿਹੜਾ ਦਾਸ ਦਾ ਦਰਸ਼ਨ। दर्शन निमख ताप त्रय मोचन। ਦਰਸ਼ਨ ਤੋਂ ਦਾਸਾਂ ਦਾ ਗਿਆਨ ਹੈ, ਜਿਹੜੀ ਉਹਦੀ ਸੋਝੀ ਹੈ, ਉਹ ਦਰਸ਼ਨ ਹੁੰਦਾ। ਦਰਸ਼ਨ ਕਹਿੰਦੇ ਨੇ ਗਿਆਨ ਨੂੰ, ਸੋਝੀ ਨੂੰ। ਜੇ ਕਿਸੇ ਗ੍ਰੰਥ 'ਚੋਂ ਜੋ ਗਿਆਨ ਮਿਲਦਾ ਉਹ ਉਹਦਾ ਦਰਸ਼ਨ ਹੈ, ਉਹਨੂੰ ਦਰਸ਼ਨ ਕਹਿੰਦੇ ਨੇ ਗ੍ਰੰਥਾਂ ਨੂੰ। 6 ਦਰਸ਼ਨ ਨੇ ਜਿਹੜੇ, 6 ਗ੍ਰੰਥ ਨੇ, ਉਹਨਾਂ ਜਿਹੜੀ ਵਿਚਾਰਧਾਰਾ ਨੂੰ ਦਰਸ਼ਨ ਕਹਿੰਦੇ ਨੇ। दर्शन निमख ताप त्रय मोचन। ਉਹਦਾ ਥੋੜਾ ਜਿਹਾ ਵੀ ਜਿਹੜੀ ਉਹਦੀ ਸੋਝੀ ਜੇ ਲੈ ਲੈ ਨਾ, निमख दर्शन निमख ਥੋੜਾ ਜਿਹਾ ਗਿਆਨ ਲੈ ਲੈ ਉਹਤੇ, ਜੇ ਮਿਲ ताप ਜਾਵੇ, त्रय मोचन। ਤਿੰਨੇ ਤਾਪ ਜਿਹੜੇ ਉਤਰ ਜਾਂਦੇ ਨੇ ਉਹਦੇ, ਤਿੰਨੇ ਤਾਪ ਨਿਵਾਰਨ ਹੈ ਉਹਦਾ। ਉਹਦਾ ਕਣਕਾ ਗਿਆਨ ਜੇ ਮਿਲ ਜਾਏ ਨਾ, ਉਹਦੇ ਕੋਲ ਇੱਕ ਕਣਕਾ, ਉਹ ਤਿੰਨੇ ਜਿਹੜੇ ਨੇ ਨਾ ਤਾਪ ਨਿਵਾਰਨ ਹਰ ਹੈ। ਤਿੰਨੇ ਤਾਪ ਨਿਵਾਰਨ ਹਰ, ਦੁੱਖ ਹੰਤਾ ਸੁਖ ਰਾਸ ਹੈ। ਉਹ ਕੀ ਹੈ? ਦਾਸ ਕੋਲ ਜਿਹੜਾ ਬ੍ਰਹਮ ਗਿਆਨ ਹੈ, ਆਤਮ ਗਿਆਨ ਹੈ, ਉਹ ਹੈ ਉਹ। ਆਤਮ ਗਿਆਨ ਦੀ ਸੋਝੀ ਦਾ ਨਾਮ ਦਰਸ਼ਨ। ਜੋ ਸਮਝਾ ਰਿਹਾ, ਜੇ ਸਮਝ ਆ ਗਈ ਗੱਲ, ਫਿਰ ਦਰਸ਼ਨ ਹੋ ਗਿਆ। ਜੇ ਸਮਝ ਨਹੀਂ ਆਈ, ਫਿਰ ਦਰਸ਼ਨ ਨਹੀਂ ਹੋਇਆ। ਜੇ ਦਰਸ਼ਨ ਨਹੀਂ ਹੋਇਆ, ਫਿਰ ਤਾਪ ਨਹੀਂ ਜਾਣੇ, ਤਿੰਨੇ ਤਾਪ ਫਿਰ ਨਹੀਂ ਮੋਚਨ ਹੋਣੇ। ਦਰਸ਼ਨ ਨਿਮਖ, ਇਹ ਨਹੀਂ ਹੈਗਾ ਵੀ ਸਾਰੀ ਗੱਲ ਸਮਝ ਲਵੇ। दर्शन निमख ਸਾਰੀ ਗੱਲ ਨਹੀਂ ਟੋਟਲ ਸਮਝਣੀ ਜਿੰਨੀ ਉਹਦੀ ਹੈ, ਉਹਦੇ ਕੋਲ ਥੋੜੀ ਜਿਹੀ ਗੱਲ ਵੀ ਸਮਝ ਲਵੇ, ਜੇ ਉਹ ताप त्रय मोचन। ਤਿੰਨੇ ਤਾਪ ਨਿਵਾਰਨ ਹਰ ਹੈ। ਥੋੜੀ ਜਿਹੀ ਗੱਲ ਜੇ ਮੰਨ ਲਵੇ, ਸਮਝ ਲਵੇ, ਨਹੀਂ ਮੰਨ ਲਵੇ, ਤਾਪ ਤ੍ਰੈ ਮੋਚਨ। ਹੁਣ ਜੇ ਕੋਈ ਦਵਾਈ ਖਾਊ, ਹਜਮ ਕਰੂ, ਤਾਂ ਹੀ ਦਵਾਈ ਦੇਖੇ ਤੇ ਆ, ਦਵਾਈ ਜੇਬ 'ਚ ਪਾਏ ਤਾਂ ਨਹੀਂ ਗੱਲ ਬਣਨੀ। ਜੇ ਕੋ ਖਾਵੇ, ਜੇ ਕੋ ਪੁੱਛਾ ਤਸਕਾ ਹੋਏ ਉਧਾਰੋ। ਗੱਲ ਚਾਹੇ ਥੋੜੀ ਜਿਹੀ ਉਹ ਪੱਲੇ ਪਵੇ, ਉਹ ਹਜ਼ਮ ਹੋ ਗਈ, ਜੇ ਉਹ ਤਿੰਨੇ ਤਾਪ ਨੂੰ ਉਤਰ ਗਏ। परसत मुक्ति करत ग्रह ਉਹਦੇ कूप। ਬਾਅਦ ਫਿਰ ਕੀ ਕਰਨਾ ਉਹਨੇ ਗਿਆਨ ਲੈ ਕੇ? ਉਹਦੇ ਬਾਅਦ ਤਾਂ ਫਿਰ ਲੜਾਈ ਲੜਨੀ ਹੈ ਨਾ। ਤੇ ਕੋਈ ਇੱਕ ਸਿਪਾਹੀ ਹੈ, ਸਿਪਾਹੀ ਨੂੰ ਬੰਦੂਕ ਚਲਾਉਣੀ ਸਿਖਾਉਂਦੇ ਨੇ, ਗੋਲੀ ਚਲਾਉਣੀ ਸਿਖਾਉਂਦੇ ਨੇ। ਜੇ ਉਹਨੇ ਸਿਪਾਹੀ ਹੋਰਾਂ ਨੇ, ਉਹਨੂੰ ਗਾਂ ਲੋੜ ਨਹੀਂ ਹੈ ਹੋਰ ਕੋਈ ਸਿੱਖਣ ਦੀ। ਮਾੜੀ ਮੋਟੀ ਉਹਦੀ ਪਰੇਡ ਹੈ, ਉਹ ਉੱਥੇ ਤੱਕ ਦੀ ਹੈ। ਪਰ ਜਿਹੜੇ ਅਫਸਰ ਨੇ ਗਾਹਾਂ, ਉਹਨਾਂ ਦਾ ਕੋਰਸ ਚੱਲਦਾ ਰਹਿੰਦਾ ਨਾ। ਉਹ ਨਿਮਖ ਜਿਹੜਾ ਦਰਸ਼ਨ ਹੈ, ਸਿਪਾਹੀ ਤਾਂ ਬਣ ਗਿਆ, ਫੌਜ ਤਾਂ ਜ਼ਰੂਰ ਚਲਿਆ ਗਿਆ, ਨਿਯਮ ਵੀ ਸਾਰੇ ਜਾਣਦਾ, ਪਰ ਕਾਬਲੀਅਤ ਆਪਣੀ ਹੋਣੀ ਹੋਈ ਹੈ। ਉਹ ਕਹਿੰਦਾ ਆਪਾਂ ਆਪਣਾ ਕੰਮ ਕਰ ਲਿਆ, ਇੱਕ ਦੂਜਿਆਂ ਨੂੰ ਗਾਹਾਂ ਪੜ੍ਹਾ ਰਹੇ ਨੇ, ਹੋਰ ਦੂਜਿਆਂ ਦੇ ਪਲਾਨ ਫੇਲ ਕਰ ਰਹੇ ਨੇ, ਸਾਖਤਾਂ ਨਾਲ ਲੜਾਈ ਲੜ ਰਹੇ ਨੇ। ਸਾਖਤ ਕਹਿੰਦੇ ਨੇ ਅਸੀਂ ਗੁਰਮਤ ਨਹੀਂ ਰਹਿਣ ਦੇਣੀ, ਗੁਰਮਤ ਵਾਲੇ ਕਹਿੰਦੇ ਨੇ ਅਸੀਂ ਸਾਖਤਾਂ ਦੀ ਮਤ ਨੂੰ ਕਮਜ਼ੋਰ ਰੱਖਣਾ। ਇਹਦਾ ਥੋੜਾ ਜਿਹਾ ਉਹ ਸਵਈਏ ਦੇ ਵਿੱਚ ਦਸਮ ਪਾਤਸ਼ਾਹ ਨੇ ਜ਼ਿਕਰ ਕੀਤਾ। ਗੁਰਬਾਣੀ ਆਦ 'ਚ ਨਹੀਂ ਆਉਂਦੀਆਂ ਕਈ ਗੱਲਾਂ, ਕਈ ਐਂਗਲ ਆਦ ਦੇ ਵਿੱਚ ਆਈ ਨਹੀਂ, ਕਿਉਂਕਿ ਆਦ ਦੇ ਵਿੱਚ ਜੰਗ ਯੁੱਧ ਨਹੀਂ, ਉੱਥੇ ਜੰਗ ਯੁੱਧਾਂ ਦੇ ਵਿੱਚ ਗੱਲ ਕਹੀ ਹੋਈ ਹੈ। ਇਹ ਤੇ ਹੋੜ ਵਾਲੀ ਗੱਲ ਤਾਂ ਕਹਿਤੀ ਹੈ, ਉਹ ਆਪਸ ਵਿੱਚ ਹੀ ਗੁਰਮੁਖਾਂ ਦੀ, ਮਨਮੁਖਾਂ ਦੀ ਨਹੀਂ।
ਉੱਥੇ ਮਨਮੁਖਾਂ ਨਾਲ ਸਾਖਤਾਂ ਨਾਲ ਦੂਰੋਂ ਜਾਈਏ ਭਾਗ ਕਹਿਤਾ। ਸਾਖਤ ਸੰਗ ਨਾਲ ਕੀਜੀਏ, ਦੂਰੋਂ ਜਾਈਏ। ਜੰਗ ਕਰਨ ਨੂੰ ਨਹੀਂ ਕਿਹਾ, ਜੰਗ ਕਰਨ ਨੂੰ ਨਹੀਂ ਕਿਹਾ। ਮੁਖ ਤੇ ਹਰ ਚਿੱਤ ਮੈਂ ਜੁੱਧ ਹਾਂ, ਤਨ ਜੀਓ ਤਹਿ ਕੋ ਜਗ ਮੈਂ। ਉਹ ਕਹਿੰਦੇ ਤਨ ਜੀਓ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਉਹ ਸੰਸਾਰ 'ਚ ਜੀ ਧਨ, ਦੇਖੋ ਧਨ 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 ਜਿਹੜੇ ਆਇਆ ਆਦ ਦੇ ਵਿੱਚ, ਉਹ ਗੁਰਬਾਣੀ ਆ ਗੱਲ ਨਹੀਂ ਆਈ ਹੋਈ। ਧਨ ਐਸ ਆਦਮੀ ਨੂੰ ਆਦ ਗੁਰੂ ਗ੍ਰੰਥ ਨੂੰ ਧਨ ਨਹੀਂ ਕਿਹਾ, ਜਿਹੜੀ ਦਸਮ ਨੇ ਕਹਿ ਦਿੱਤਾ। ਧਨ ਜੀਓ ਤਹਿ ਕੋ ਜਗ ਮੈਂ, ਉਹ ਜੀ ਸੰਸਾਰ ਵਿੱਚ ਧਨ ਹੈ। ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਕਰਦੇ ਇਹੀ ਰਹੇ ਨੇ ਭਗਤ, ਲੇਕਿਨ ਐਲਾਨ ਨਹੀਂ ਕੀਤਾ। ਐਲਾਨ ਕੀਤਾ ਛੇਵੇਂ ਪਾਤਸ਼ਾਹ ਤੇ ਆ ਕੇ, ਉਹ ਵੀ ਐਲਾਨ ਤਾਂ ਦਸਮ ਪਾਤਸ਼ਾਹ ਨੇ ਕੀਤਾ, ਖੋਲੀ ਇਹ ਗੱਲ। ਛੇਵੇਂ ਪਾਤਸ਼ਾਹ ਨੇ ਵੀ ਗੁਪਤ ਰੱਖ ਲਈ, ਬਾਣੀ ਉਹ ਨਹੀਂ ਰਚੀ ਉਹਨਾਂ ਨੇ ਬਾਣੀ ਰਚੀ ਉਹ ਨਹੀਂ। ਗੱਲ ਉੱਥੇ ਖੋਲਤੀ ਸੀ ਪਰ ਮੂੰਹੋਂ ਨਹੀਂ ਕਹੀ। ਤਨ ਜੀਓ ਤਹਿ ਕੋ ਜਗ ਮੈਂ, ਮੁਖ ਤੇ ਹਰ ਮੁਖ ਤੇ ਤਾਂ ਗੁਰਬਾਣੀ ਦਾ ਉਪਦੇਸ਼ ਦੇ ਰਹੇ ਨੇ। ਹਰ ਦਾ ਮਤਲਬ ਹੈ ਗੁਰਬਾਣੀ ਦਾ ਉਹੀ ਉਪਦੇਸ਼ ਹੈ, ਆਦ ਦਾ ਹੀ ਉਪਦੇਸ਼ ਹੈ। ਮੁਖ ਤੇ ਚਿੱਤ ਮੈਂ ਜੁੱਧ ਵਿਚਾਰਾ, ਚਿੱਤ ਵਿੱਚ ਜੁੱਧ ਹੈ ਵੀ ਜਿਹੜੇ ਦੂਏ ਵਿਰੋਧੀ ਢਾਲ ਆ ਰਹੇ ਨੇ, ਗੁਰਮਤਿ ਨੂੰ ਕਾਮਯਾਬ ਨਹੀਂ ਹੁਣ ਦੇਣਾ ਚਾਹੁੰਦੇ। ਬੀਣੇ ਜਿਹੜੇ ਸਾਰਿਆਂ ਨੇ ਟੋਲੇ ਬਣੇ ਨੇ, ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਨੂੰ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਕਿਉਂ ਵੀ ਗਾਹਾਂ ਨਹੀਂ ਵਧਣ ਦੇਣੀ ਗੱਲ। ਉਹਨਾਂ ਨਾਲ ਜੰਗ ਕਿਵੇਂ ਕਰਨੀ ਹੈ ਵਿਚਾਰ, ਇਹ ਵਿਚਾਰ ਕਰਦਾ ਰਹੇ। ਉਹਨਾਂ ਨੂੰ ਕਿਵੇਂ ਹਰਾਉਣਾ, ਚਿੱਤ ਮੈਂ ਜੁੱਧ ਵਿਚਾਰਾ। ਹੁਣ ਜੁੱਧ ਦੇ ਨਾਲ ਦੇਹੀ ਨੂੰ, ਬਾਹਰਲੇ ਸਰੀਰ ਨੂੰ ਤਾਂ ਨੁਕਸਾਨ ਹੋਊਗਾ ਹੀ ਹੋਊਗਾ। ਮਰਨ ਮਾਰਨ ਵਾਲੀ ਗੱਲ ਤਾਂ ਸ਼ੁਰੂ ਹੋ ਗਈ। ਫਿਰ ਕਹਿੰਦਾ ਦੇਹ ਅਨਿਤ, ਇਹ ਜਿਹੜਾ ਸਰੀਰ ਹੈ ਕਿਹੜਾ ਰੋਜ਼ ਰਹਿਣ ਵਾਲਾ, ਇਹ ਤਾਂ ਹੁਕਮ ਨਾਲੇ ਜਾਣ, ਐਵੇਂ ਨਹੀਂ ਜਾਣਾ। ਦੇਹ ਅਨਿਤ ਨੂੰ ਨਿੱਤਰ ਹੈ, ਇਹ ਰੋਜ਼ ਰਹਿਣ ਵਾਲੀ ਦੇਹੀ ਨਹੀਂ। ਇਹਦੇ ਬਚਾਉਣ ਵਾਸਤੇ ਕੋਈ ਰੌਲਾ ਨਹੀਂ, ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਇਹਦੇ ਬਚਾਉਣ ਵਾਸਤੇ ਅਸੀਂ ਜੰਗ ਐਲਾਨੇ ਜੰਗ ਨਾ ਕਰੀਏ। ਉਹ ਕਰਦੇ ਹੁਣ, ਅਸੀਂ ਨਾ ਕਰੀਏ, ਕਾਇਰਤਾ। ਉਹ ਕਾਇਰ ਸਮਝ ਲੈਣਗੇ ਵੀ ਕਾਇਰ ਨੇ। ਜੇ ਅਸੀਂ ਨਾ ਝੰਡਾ ਗੱਡੀਏ ਜੰਗ ਨੂੰ ਵੀ ਅਸੀਂ ਤਿਆਰ ਹਾਂ, ਉਹ ਕਾਇਰ ਸਮਝ ਲੈਣਗੇ, ਭੁਲੇਖਾ ਹੋ ਜੂ ਉਹਨਾਂ ਨੂੰ। ਦੇਹ ਨਿਤ ਨਾ ਨਿੱਤਰ ਹੈ, ਜਸ ਨਾਮ ਚੜ੍ਹੈ ਭਵ ਸਾਗਰ ਤਰ। ਜਸ ਕੱਟੇ ਇੱਥੋਂ, ਸੱਚ ਵਾਸਤੇ ਲੜੇ। ਜੇ ਲੜਨਾ ਤਾਂ ਸੱਚ ਵਾਸਤੇ ਲੜੇ, ਮਾਇਆ ਵਾਸਤੇ, ਜ਼ਮੀਨ ਦੇ ਟੁਕੜੇ ਵਾਸਤੇ, ਰਾਜ ਵਾਸਤੇ ਨਾ ਲੜੇ। ਲੜਨਾ ਤਾਂ ਹੈ, ਲੜਨਾ ਕਾਹਦੇ ਵਾਸਤੇ ਹੈ? ਗੁਰਮਤਿ ਦੀ ਕਾਮਯਾਬੀ ਵਾਸਤੇ ਲੜਾਈ ਲੜਨੀ, ਨਾ ਕਿ ਕਿਸੇ ਜ਼ਮੀਨ ਦੇ ਟੁਕੜੇ ਵਾਸਤੇ। ਲੜੇ ਦੀਨ ਕੇ ਹੈ ਤਾਂ ਸੂਰਾ ਤੋਂ ਪਹਿਚਾਣੀ, ਉੱਥੇ ਵੀ ਇਹੀ ਹੈ ਨਾ। ਅਖੀਰ 'ਚ ਆ ਕੇ ਉੱਥੇ ਆਇਆ ਸੀ ਇਹ ਭੋਗ ਵੇਲੇ, ਸੂਰਾ ਤੋਂ ਪਹਿਚਾਨੀਏ ਜੋ ਲੜੇ ਦੀਨ ਕੇ। ਤੋਂ ਕਬੀਰ ਨੇ ਵੀ ਇਸ਼ਾਰਾ ਕੀਤਾ ਸੀ। ਬਈ ਹੁਣ ਜੰਗ ਦਾ ਹੁਣ ਮਤਲਬ ਹੈ ਨਜ਼ਾਰਾ ਆਊਗਾ ਜਦੋਂ ਉਹਨਾਂ ਦੀ ਚੱਲੀਏ। ਜਸ ਨਾਮ ਚੜ੍ਹਾ ਭਵ ਸਾਗਰ, ਜਸ ਖੱਟੇ ਦੁਨੀਆ 'ਚ ਆ ਕੇ। ਸੱਚ ਵਾਸਤੇ ਲੜੇ, ਸੱਚ ਦੀ ਵਿਚਾਰਧਾਰਾ ਵਾਸਤੇ ਲੜੇ। ਲੋਕਾਂ ਨੂੰ ਜਿਹੜਾ ਬਰਗਲਾ ਕੇ ਝੂਠਾ ਪ੍ਰਚਾਰ, ਗਲਤ ਪ੍ਰਚਾਰ ਕਰਕੇ, ਗਲਤ ਦਿਸ਼ਾ ਤੱਕ ਕਰਕੇ ਲੋਕਾਂ ਦਾ ਜੀਵਨ ਖਰਾਬ ਕਰਕੇ ਡੋਬ ਰਹੇ ਨੇ ਲੋਕ। ਉਹਨਾਂ ਨੂੰ ਚੈਲੰਜ ਕਰੇ, ਚੈਲੰਜ ਕਰੇ ਖੜ ਕੇ ਮੈਦਾਨ 'ਚ। ਜੇ ਇਕੱਠੇ ਹੋ ਕੇ ਆ ਕੇ ਮਰਨ ਮਾਰਨ ਦੀ ਗੱਲ ਵੀ ਆਉਂਦੀ ਹੈ ਤਾਂ ਕੋਈ ਪਰਵਾਹ ਨਹੀਂ ਕਰੇ। ਹਥਿਆਰ ਲੈ ਕੇ ਵੀ ਬਰਾਬਰ ਖੜਾ ਹੋ ਜਾਵੇ, ਵੀ ਆ ਜਾਓ ਬਈ, ਜਿੱਦਾਂ ਦੀ ਮਰਜ਼ੀ ਆ ਜਾਓ, ਲਕੀਰ ਕੱਢ ਕੇ ਖੜਾ ਹੋ ਜਾਵੇ। ਲੜੇ ਦੀ ਜਸ ਨਾਮ ਚੜ੍ਹੈ ਭਵ ਦੇਹ ਅਨਿਤ ਨਾ ਨਿੱਤਰ ਹੈ, ਜਸ ਨਾਮ ਚੜ੍ਹੈ ਭਵ ਸਾਗਰ ਧਾਰੈ। ਫਿਰ ਧੀਰਜ ਕਿਹਾ ਜਾਵੇ, ਡਰਪੋਕ ਨਾ ਹੋਵੇ। ਪੰਗਾ ਲੈ ਲਵੇ ਫਿਰ ਡਰ ਜਾਵੇ। ਪੰਗਾ ਲੈ ਕੇ ਨਹੀਂ ਡਰੀਦਾ ਹੁੰਦਾ, ਪੰਗਾ ਹੀ ਨਹੀਂ ਲਈਦਾ ਹੁੰਦਾ। ਜਾਂ ਤਾਂ ਕਿਸੇ ਮੈਦਾਨ 'ਚ ਜਾਈਦਾ ਨਹੀਂ, ਜਾਂ ਫਿਰ ਪਿੱਛੇ ਮੁੜੀਦਾ ਨਹੀਂ। ਜਿਹੜਾ ਪੈਰ ਗਾਹਾਂ ਹੋ ਗਿਆ ਪਿੱਛੇ ਨਹੀਂ ਪੱਟੀਦਾ ਹੁੰਦਾ। ਦੇਹ ਨਿਤ ਨਾ ਨਿੱਤਰ ਹੈ, ਜਸ ਨਾਮ ਚੜ੍ਹੈ ਭਵ ਸਾਗਰ ਧਾਰੈ। ਧੀਰਜ ਧਾਮ ਬਣਾਏ ਇਹ ਤਨ, ਹਿਰਦਾ ਧੀਰਜ ਦਾ ਹੀ ਧਾਮ ਹੋਵੇ। ਧੀਰਜ ਦੇ ਬਿਨਾਂ ਹਿਰਦੇ 'ਚ ਕੁਛ ਹੋਵੇ ਹੀ ਨਾ। ਹੌਸਲੇ ਦੇ ਬਿਨਾਂ ਹਿਰਦੇ 'ਚ ਕੁਛ ਵੀ ਨਹੀਂ ਹੈ। ਹੋਰ
ਧੀਰਜ ਹੁੰਦਾ ਹੌਸਲਾ, ਅਡੋਲ ਹੋ ਕੇ ਗੱਲ ਕਰੇ। ਬਣਾ ਇਹ ਤਨ ਬੁੱਧ ਸੋ ਦੀਪਕ ਚਿਉਂ ਜਿਆਰੈ। ਬੁੱਧੀ ਐਸੀ ਹੋਵੇ ਦੀਵਾ ਜਲੇ ਤਾਂ ਸਾਹਮਣੇ ਝਾਕ ਹੀ ਨਹੀਂ ਸਕਦਾ ਕੋਈ, ਹਰੇਕ ਨੂੰ ਰੋਸ਼ਨੀ ਦੇਵੇ। ਬੁੱਧ ਐਸੀ ਹੋਵੇ, ਜੇ ਐਸੀ ਬੁੱਧ ਹੋਵੇ ਤਾਂ ਹੀ ਧੀਰ ਤਾਂ ਬਣੂਗਾ। ਬੁੱਧ ਸੋ ਦੀਪਕ ਜਿਉਂ ਅਜਾਰਾ, ਗਿਆਨਾ ਕੀ ਵੱਢਣੀ ਮਨ ਹੱਥ ਲੈ, ਕਾਤੁਰ ਤਾਕਤ ਵਾਰ ਹਾਰਾ। ਜਿਹੜੀ ਗਿਆਨ ਦੀ ਕੈਂਚੀ ਹੈ, ਗਿਆਨ ਦੀ ਖੜਗ ਹੈ, ਗਿਆਨ ਖੜਗ ਹੈ, ਕੈਂਚੀ ਨਹੀਂ ਹੈ, ਖੜਗ ਹੈ। ਕਾਤੀ ਖੜਗ ਨੂੰ ਕਹਿੰਦੇ ਨੇ, ਇਹਨਾਂ ਨੇ ਕਾਤੀ ਦਾ ਅਰਥ ਕੈਂਚੀ ਕਰ ਲਿਆ। ਗਿਆਨ ਖੜਗ ਨਾਲ ਅੰਦਰਲੀ ਕਾਰਤਾ ਨੂੰ ਕੱਢ ਦੇਵੇ। ਗਿਆਨ ਖੜਗ ਕੀ ਆ ਕਿ ਹੁਕਮ ਦੇ ਬਿਨਾਂ ਤਾਂ ਕੁਝ ਹੋ ਹੀ ਨਹੀਂ ਸਕਦਾ। ਜੰਮਣ ਮਰਨਾ ਦਾ ਹੁਕਮ ਹੈ, ਕੋਈ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ, ਨਾ ਕੋਈ ਕਿਸੇ ਦਾ ਕੁਝ ਸੰਵਾਰ ਸਕਦਾ ਨਾ ਵਿਗਾੜ ਸਕਦਾ। ਵਿਗਾੜਨ ਦੀ ਇੱਛਾ ਕਰ ਸਕਦਾ, ਸੰਵਾਰਨ ਦੀ ਇੱਛਾ ਕਰ ਸਕਦਾ। ਸੰਵਾਰਨਾ ਵਿਗਾੜਨਾ ਪਰਮੇਸ਼ਰ ਦੇ ਹੱਥ ਹੈ। ਗਿਆਨ ਹੈ ਕਿ ਵੱਢਣੀ ਮੈਨੂੰ ਹੱਥ ਲੈ, ਕਾਤੁਰ ਤਾਕਤ ਵਾਰ ਬਹਾਰਾ। ਕਾਇਰਤਾ ਨੂੰ ਗਿਆਨ ਨਾਲ ਅੰਦਰੋਂ ਕੱਢੇ। ਗਿਆਨ ਖੜਗਣਾ ਕਾਇਰਤਾ ਨੂੰ ਕੱਢ ਕੇ ਬਾਹਰ ਮਾਰੇ। ਕੱਟ ਕੇ ਜਿਵੇਂ ਉਹ ਕੱਢਦੇ ਨੇ ਨਾ ਇਹ ਦਰਖਤਾਂ ਦੀਆਂ ਟਾਹਣੀਆਂ ਖਰਾਬ, ਕੱਟ ਕੇ ਫਿਰ ਬਾਹਰ ਸਭ ਸਿੱਟ ਦਿੰਦੇ ਨੇ। ਇਹ ਜਿਹੜੀਆਂ ਕਾਇਰਤਾ ਇਹਨੂੰ ਫਾਲਤੂ ਇਹਨੂੰ ਕੱਟ ਕੇ ਨਾ ਕਾਇਰਤਾ ਨੂੰ ਬਾਹਰ ਕੱਢ ਦੇਵੇ ਗਿਆਨ ਖੜਗ ਨਾਲ। ਹਾਂਜੀ। ਦਰਸ਼ਨ ਨਿਮਕ ਤਾਪ ਤਰਈ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ। ਪਰਸਤ ਜੇ ਸਪਰਸ਼ ਕਰ ਲਵੇ, ਮੁਕਤੀ ਕਰਤ ਗ੍ਰਹਿ ਕੂਪ। ਜੇ ਸਪਰਸ਼ ਕਰ ਲਵੇ ਨਾ ਚਿੱਤ ਮਨ ਦੇ ਨਾਲ ਸਪਰਸ਼ ਹੋ ਜਵੇ, ਬਾਬੇ ਮੁਕਤ ਹੈ। ਮੁਕਤੀ ਕਰਤ ਗ੍ਰਹਿ ਕੂਪ। ਆ ਜਿਹੜਾ ਕੂਪ ਆ ਹਨੇਰਾ ਖੂਹ ਹੈ, ਸੰਸਾਰ ਜਿਹੜਾ ਕੂਪ ਹੈ, ਸੰਸਾਰ ਦਾ ਖੂਹ ਹੈ। ਇਹ ਹਾਦੀਪ ਕੂਏ ਪੜਾ ਜਿਹੜੇ ਖੂਹ 'ਚ ਡਿੱਗਿਆ ਹੋਇਆ ਇਹ ਬਚੇਰਾ ਚਿੱਤਰ ਵਿੱਚ ਇਹ ਵਿਚਾਰਾ ਇਹਦੇ ਵਿੱਚ ਹੀ ਮੁਕਤ ਹੋ ਜਾਂਦਾ। ਮੁਕਤ ਕੀ ਆ? ਆਤਮਾ ਨੇ ਨਿਕਲ ਜਾਣਾ, ਸਰੀਰ ਇੱਥੇ ਛੱਡ ਜਾਣਾ। ਔਰ ਮੁਕਤੀ ਨੂੰ ਕਿਤੇ ਚਿਹਰੇ 'ਚ ਕੀ ਹੈ? ਚਿਹਰੇ ਸਰੀਰੇ ਰਹਿਣਾ, ਆਤਮਾ ਤਾਂ ਰਹਿੰਦੀ ਹੁੰਦੀ ਚਿਹਰੇ 'ਚ। ਜੇ ਕੋਈ ਡਿੱਪ ਪਵੇ ਖੂਹ ਦੇ ਵਿੱਚ, ਉਹ ਸਰੀਰੇ ਛੱਡੂ, ਆਤਮਾ ਤਾਂ ਫਿਰ ਨਿਕਲ ਜਾਂਦੀ। ਉਹ ਤੋਂ ਆਤਮਾ ਨਹੀਂ ਖੂਹ 'ਚ ਰਹਿੰਦੀ ਹੁੰਦੀ। ਜਿੰਨਾ ਚਿਰ ਆਤਮਾ ਸਰੀਰ ਦਾ ਅੱਡੋ ਅੱਡ ਸਮਝ ਨਹੀਂ, ਉਨਾ ਚਿਰ ਖੂਹ ਤੋਂ ਡਰ ਲੱਗਦਾ। ਜਦ ਆਤਮਾ ਸਰੀਰ ਦਾ ਅੱਡੋ ਅੱਡ ਸਮਝ ਆ ਗਈ, ਫਿਰ ਖੂਹ ਦਾ ਕਾਹਦਾ ਡਰ ਹੈ? ਆਤਮਾ ਨੇ ਤਾਂ ਚਲੇ ਜਾਣਾ, ਸਰੀਰ ਉੱਥੇ ਰਹਿ ਜਾਣਾ। ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹ। ਹੁਣ ਉਧਰੋਂ ਆ ਨਾ ਗੱਲ, ਠਾਕਰ ਵੱਲੋਂ ਗੱਲ ਆ ਰਹੀ ਹੈ। ਜੇ ਉੱਥੇ ਨਾ ਕਹਿੰਦੇ ਇੱਥੇ ਕਿੱਥੇ, ਇੱਥੇ ਫਸਣਾ ਜਾਂਦੇ ਆ ਕੇ। ਮੇਰੀ ਬਾਂਦੀ ਭਗਤ ਛਡਾਵੈ, ਜੇ ਉੱਥੋਂ ਗੱਲ ਨਾ ਸ਼ੁਰੂ ਕਰਦੇ ਤਾਂ ਇੱਥੇ ਆ ਕੇ ਫਸ ਗਏ। ਉਹ ਜਿਨ੍ਹਾਂ ਨੇ ਇਹ ਨਹੀਂ ਨਾ ਸਮਝਿਆ ਵੀ ਇਹ ਹੁਣ ਆਹ ਸ਼ਬਦ ਕਿਹਦੇ ਵੱਲੋਂ ਉਚਾਰਨ ਹੋ ਰਿਹਾ। ਇਹ ਸਟਾਈਲ ਅਸਲ 'ਚ ਦਸਮ 'ਚ ਹੈ ਵੀ ਅਕਾਲ ਪੁਰਖ ਵਾਚ ਜਾਂ ਕੌਣ ਵਾਚ ਹੈ। ਇਹ ਆ ਜਾਂਦਾ ਲਿਖ ਕੇ, ਇੱਥੇ ਲਿਖ ਕੇ ਆਉਂਦਾ ਨਹੀਂ। ਜੇ ਉੱਥੋਂ ਨਾ ਚੱਲਦੇ ਇੱਥੇ ਆ ਕੇ ਫਸ ਜਾਂਦੇ। ਜਿਨ੍ਹਾਂ ਨੇ ਉੱਥੇ ਨਹੀਂ ਨਾ ਸਮਝਿਆ ਵੀ ਗੱਲ ਕਿੱਧਰੋਂ ਆਈ ਹੋਈ ਹੈ, ਇੱਥੇ ਆ ਕੇ ਫਸ ਗਏ। ਉਹ ਇੱਥੇ ਅਕਾਲ ਪੁਰਖ ਵਾਚ ਹੈ, ਇੱਥੇ ਅਕਾਲ ਪੁਰਖ ਵਾਚ ਹੈ, ਠਾਕੁਰ ਵਾਚ ਹੈ। ਹਾਂ, ਠਾਕੁਰ ਵਾਚ ਇੱਕ ਗੱਲ। ਮੇਰੀ ਬਾਂਦੀ ਭਗਤ ਛਡਾਵੈ, ਬਾਂਧੇ ਭਗਤ ਨਾ ਛੂਟੈ ਮੋਹ। ਉਹ ਕਹਿੰਦਾ, ਬ੍ਰਹਮ ਕਹਿੰਦਾ ਜਿਹੜੀ ਮੈਂ ਬੰਨੀ ਸੀ ਨਾ ਸੁਰਤ ਮਾਇਆ ਨਾਲ ਜੋੜੀ ਸੀ, ਉਹ ਜਿਹੜਾ ਭਗਤ ਸੀ ਉਹਨੇ ਛਡਾ ਲਈ। ਭਗਤ ਕੌਣ ਸੀ? ਪੂਰਨ ਬ੍ਰਹਮ ਭਗਤ ਹੈ। ਉਹ ਤਾਂ ਛਡਾ ਲਈ ਭਗਤਾਂ ਨੇ। ਆਹ ਭਗਤ ਨੇ ਜਿਹੜੇ ਸੁਰਤ ਜਿਹੜੀ ਮਾਇਆ 'ਚ ਮੈਂ ਬੰਨੀ ਸੀ, ਜੋੜੀ ਸੀ, ਉਹ ਤਾਂ ਉਹਨਾਂ ਨੇ ਛਡਾ ਲਈ। ਬਾਂਧੇ ਭਗਤ ਨਾ ਛੂਟੈ ਮੋਹ। ਜਿੱਤੇ ਹੁਣ ਭਗਤ ਨੇ ਬੰਨ ਲਈ ਸੁਰਤ, ਹੁਣ ਤੋੜੀ ਨਹੀਂ ਟੂਟੈ, ਛੋੜੀ ਨਹੀਂ ਛੂਟੈ, ਐਸੀ ਮਾਧੋ ਖਿੱਚ ਤਣੀ। ਹੁਣ ਜਿੱਥੇ ਭਗਤ ਨੇ ਬੰਨਤੀ ਸੁਰਤ ਮੇਰੀ, ਮਾਇਆ ਤੋਂ ਪਰੇ ਹੁਣ ਨਹੀਂ ਛੁੱਟਦੀ ਕਿਸੇ ਤੋਂ। ਜਿਹਨੂੰ ਹੱਥ ਭਗਤ ਨੇ ਫੜਾਤੀ ਮੇਰੀ ਬਾਂਹ, ਉਹ ਨਹੀਂ ਛੱਡਦਾ। ਸਰਵ ਸ਼ਕਤੀਮਾਨ ਹੈ ਉਹ। ਬਾਪ ਬੀਠ ਲਿਆ, ਉਹਨੇ ਫੜ ਲਈ ਬਾਂਹ ਛੱਡਦਾ ਉਹਦੇ ਕੌਣ ਛਡਾਊ? ਮੈਂ ਬੰਨੀ ਸੀ ਮਾਇਆ 'ਚ, ਠੱਗ ਮੂਰੀ ਖਾਧੀ ਸੀ, ਮੈਂ ਤਾਂ ਆਪੇ ਬੰਨੀ ਸੀ। ਮੈਂ ਤਾਂ ਆਪੇ ਬੰਨੀ ਸੀ, ਮੇਰੀ ਮਰਜ਼ੀ ਨਾਲੇ ਬੰਨੀ ਹੋਈ ਸੀ।
ਉਹਨੇ ਸਮਝਾ ਕੇ ਛਡਾਤੀ ਭਗਤ ਨੇ। ਭਗਤਾਂ ਨੇ ਗੁਰਬਾਣੀ ਸਮਝਾ ਕੇ ਸਾਡੀ ਸੁਰਤ ਹੈ ਮਾਇਆ ਤੋਂ ਛਡਵਾਤੀ। ਬਾਂਦੇ ਭਗਤ ਨਾ ਛੂਟੈ ਮੋਹੇ। ਹੁਣ ਬੇਰੀ ਕਹਿ ਕੇ ਇਹ ਕਹਿਤਾ ਜਿਹੜਾ ਬ੍ਰਹਮ ਸੀ ਉਹਨੇ ਸੁਰਤ ਆਪਣੀ ਮਾਇਆ ਜੋੜੀ ਸੀ, ਅਸਲ 'ਚ ਆਪੇ ਜੋੜੀ ਸੀ। ਮੇਰੀ ਬੰਦੀ ਭਗਤ ਛਡਾਵੇ। ਮੇਰੀ ਬੰਦੀ ਹੋਈ ਸੀ ਮਾਇਆ 'ਚ ਸੁਰਤ, ਆਪਣੀ ਮਰਜ਼ੀ ਨਾਲ ਪੈਰ ਗੋਲਾ ਆਪੇ ਮਾਰਿਆ ਸੀ ਗਾਫਲ ਆਪਣੇ ਹੱਥ। ਭਗਤਾਂ ਨੇ ਉਪਦੇਸ਼ ਕਰਕੇ ਸੁਰਤ ਉੱਥੋਂ ਖੋਲਤੀ, ਛਡਾਤੀ। ਬਾਂਦੇ ਭਗਤ ਨਾ ਛੂਟੈ ਮੋਹੇ। ਹੁਣ ਭਗਤਾਂ ਨੇ ਬੰਨ੍ਹ ਲਈ ਸੱਚ ਨਾਲ ਸੁਰਤ, ਮੈਂ ਬੰਨ੍ਹੀ ਸੀ ਝੂਠ ਨਾਲ। ਹੁਣ ਨਹੀਂ ਛੁੱਟਦੀ ਮੇਰੇ ਤੋਂ, ਮੇਰੇ ਕੋਲ ਇੰਨਾ ਗਿਆਨ ਨਹੀਂ ਹੈ ਵੀ ਇਹਨੂੰ ਮੈਂ ਸਮਝਾ ਲਾਂ। ਹੁਣ ਨਹੀਂ ਛੁੱਟਦੀ ਮਨਮੁਖ ਤੇ ਸੁਰਤ ਇੱਥੋਂ। ਹੁਣ ਸਾਖਤ ਦਾ ਉਪਦੇਸ਼ ਸਿੱਖ ਨੂੰ ਨਹੀਂ ਸਮਝਾ ਸਕਦਾ ਵੀ ਛੱਡ ਦੇ ਹੁਣ ਤੂੰ ਮਾਇਆ ਜਾ। ਸਿੱਖ ਨੂੰ ਕੋਈ ਸਾਖਤ ਆਪਣਾ ਨਾਲ ਨਹੀਂ ਜੋੜ ਸਕਦਾ। ਇੱਥੇ ਆ ਕੇ ਖੋਪਰੀਆਂ ਲੈ ਗਈਆਂ, ਆਰੇ ਚੱਲ ਗਏ, ਨਹੀਂ ਸੁਰਤ ਛੁੱਟ ਸਕੀ ਕਿਸੇ ਤੇ, ਨਹੀਂ ਟੁੱਟ ਸਕੀ ਉੱਥੋਂ ਬਿਰਤੀ ਕਿਸੇ ਦੀ ਵੀ। ਸਾਖਤਾਂ ਨੇ ਜ਼ੋਰ ਲਾ ਲਿਆ। ਆਹੀ ਗੱਲ ਸੀ, ਬਾਂਦੇ ਭਗਤਾਂ ਨੂੰ ਛੂਟੇ ਮੋਹ ਤਾਂ ਹੰਕਾਰੀ ਹੈ। ਫਿਰ ਉਹ ਹੰਕਾਰ ਬੋਲਦਾ, ਇੱਥੇ ਤਾਂ ਹੰਕਾਰ ਬੋਲਦਾ। ਇਹ ਤਾਂ ਮੈਂ ਬੋਲਦੀ ਹੈ, ਮੈਂ ਤਾਂ ਨਹੀਂ ਛੁੱਟਦੀ। ਹੁਣ ਭਗਤਾਂ ਦੇ ਵਿਰੋਧ ਜਿਹੜਾ ਖੜਾ ਸਾਖਤ ਉਹ ਤਾਂ ਨਹੀਂ ਛੁੱਟਦੀ। ਜਿੱਥੇ ਭਗਤ ਨੇ ਜੋੜ ਦੇਣਾ, ਜਿਹੜਾ ਰੰਗ ਭਗਤ ਨੇ ਚਾੜ ਦੇਣਾ, ਉਹ ਰੰਗ ਨੂੰ ਕੋਈ ਫਿੱਕਾ ਨਹੀਂ ਕਰ ਸਕਦਾ। ਉਹ ਰੰਗ ਤੇ ਆਪਣਾ ਰੰਗ ਨਹੀਂ ਕੋਈ ਚਾੜ ਸਕਦਾ। ਨਾਮ ਦੇ ਰੰਗ ਤੇ ਕੋਈ ਰੰਗ ਐਸਾ ਹੈ ਹੀ ਨਹੀਂ ਦੁਨੀਆ ਜਿਹੜਾ ਚੜ੍ਹ ਜਾਵੇ। ਬਾਕੀ ਰੰਗ ਕੋਈ ਵੀ ਹੋਵੇ, ਨਾਮ ਉਹ ਤੇ ਆਪਣਾ ਰੰਗ ਚਾੜ ਦਿੰਦਾ। ਭਗਤ ਆਪਣਾ ਰੰਗ ਚਾੜ ਦਿੰਦੇ ਨੇ, ਰੰਗ ਕੋਈ ਵੀ ਹੋਵੇ ਪਿੱਛੇ। ਕਿਸੇ ਮੱਤ ਦਾ, ਕਿਸੇ ਧਰਮ ਦਾ ਰੰਗ ਕਿਹਾ ਜਾ ਵੀ ਹੋਵੇ, ਭਗਤੀ ਦਾ ਰੰਗ, ਸੱਚ ਦਾ ਰੰਗ ਉਹ 'ਤੇ ਚੜ੍ਹ ਜਾਂਦਾ। ਨਾਮ ਦਾ ਰੰਗ ਉਹ 'ਤੇ ਚੜ੍ਹ ਜਾਂਦਾ। ਜਿਹਨੂੰ ਨਾਮ ਦਾ ਰੰਗ ਚੜ੍ਹਦਾ ਉਹ 'ਤੇ ਕੋਈ ਰੰਗ ਨਹੀਂ ਚੜ੍ਹਦਾ। ਗੱਲ ਆ ਹੈ ਨਾ ਮੋਹੇ ਲਫ਼ਜ਼ ਠਾਕਰ ਵੱਲੋਂ ਨਹੀਂ ਬੋਲਿਆ ਗਿਆ ਕਿ ਬਾਂਦੇ ਭਗਤ ਨਾ ਛੂਟੇ। ਮੂਲ ਵੱਲੋਂ ਬੋਲਿਆ ਗਿਆ। ਮੂਲ ਵੀ ਤਾਂ ਠਾਕਰ ਹੈ। ਬਾਂਦੇ ਭਗਤ ਨਾ ਛੂਟੇ ਮੋਹੇ। ਉਹ ਮੂਲ ਮੰਨ ਗਿਆ ਵੀ ਮੇਰੀ ਉਹ ਗਲਤੀ ਸੀ। ਸੁਰਤ ਮੈਂ ਬੰਨੀ ਸੀ ਆਪਣੀ, ਮੈਂ ਆਪਣੀ ਸੁਰਤ ਆਪੇ ਜੋੜੀ ਸੀ ਮਾਇਆ ਜੀ। ਹੁਣ ਭਗਤ ਉਹ ਜਦ ਕਹਿ ਤਾਂ ਕਹਿਣ ਸੁਣਨ ਕੋ ਦੂਜਾ, ਉੱਥੋਂ ਹੀ ਲਾਈਨ ਬਦਲੀ ਹੋਈ। ਕਹਿਣ ਸੁਣਨ ਕੋ ਦੂਜਾ। ਚਲੋ ਇਹ ਬਿਮਾਰ ਇਹੀ ਹੈ, ਬ੍ਰਹਮ ਹੈ ਬਿਮਾਰ ਹੈ। ਪੂਰਨ ਬ੍ਰਹਮ ਤੋਂ ਜਦ ਪੂਰਨ ਬ੍ਰਹਮ ਤੋਂ ਬ੍ਰਹਮ ਹੋਇਆ, ਬਿਮਾਰੀ ਦਾ ਜਦ ਪੈਦਾ ਹੋਈ ਹੈ, ਕਮੀ ਨਹੀਂ ਹੋਈ ਉਹ 'ਚ। ਪੂਰਨ ਬ੍ਰਹਮ ਤੋਂ ਜਦ ਬ੍ਰਹਮ ਹੋਇਆ ਤੇ ਕਮੀ ਆਈ ਹੈ, ਤਾਂ ਹੀ ਹੋਇਆ। ਬਾਂਦੇ ਭਗਤ ਨਾ ਛੂਟੇ ਮੋਹੇ। ਜਦ ਪੂਰਨ ਬ੍ਰਹਮ ਹੋਣਾ ਨੇ, ਉਹ ਜਿਹੜੀ ਕਮੀ ਹੋਈ ਹੈ, ਬਿਮਾਰੀ ਹੈ, ਹਉਮੈ ਛੁੱਟ ਕੇ ਹੀ ਪੂਰਨ ਬ੍ਰਹਮ ਹੋਣਾ ਨੇ। ਹਉਮੈ ਦਾ ਪ੍ਰਤੀਕ ਹੈ ਮਨ 'ਚ ਜਿਹੜਾ ਭਰਮ ਹੈ ਉਹੀ ਹਉਮੈ। ਭਰਮ ਦੂਰ ਹੋ ਗਿਆ, ਹਉਮੈ ਦੂਰ ਹੋ ਗਈ। ਬਾਂਦੇ ਭਗਤ ਨਾ ਛੂਟੇ ਮੋਹ। ਜੇ ਭਗਤ ਨੇ ਉਪਦੇਸ਼ ਕਰਕੇ ਜਿੱਥੇ ਬੰਨ੍ਹਦੀ ਸੁਰਤ ਵਿੱਚ ਛੁੱਟਦੀ ਹੈ। ਮਨਮਤ ਤੋਂ ਨਹੀਂ ਛੁੱਟਦੀ, ਗੁਰਮਤਿ ਬੰਨੀ ਹੋਈ। ਮੋਏ ਦਾ ਮਤਲਬ ਮਨਮਤ, ਮੇਰੀ ਮਤ ਨਾਲ ਨਹੀਂ ਛੁੱਟਦੀ ਵੀ। ਹੁਣ ਨਹੀਂ ਮੈਂ ਮੰਨ ਸਕਦਾ, ਹੁਣ ਨਹੀਂ ਸੁਰਤ ਨੂੰ ਮੈਂ ਮਾਇਆ। ਪਹਿਲਾਂ ਮਾਇਆ ਦੀ ਲਾਲਚ ਕਰਦਾ ਸੀ ਨਾ ਵੀ ਸਰਨਾ ਨਹੀਂ, ਉਹ ਨਹੀਂ ਕਰਨਾ। ਇਹ ਦਲੀਲਾਂ ਜਿਹੜੀਆਂ ਦੁਨਿਆਵੀ ਨੇ ਹੁਣ ਨਹੀਂ ਕੰਮ ਕਰਦੀਆਂ। ਗੁਰਮਤਿ ਮੂਹਰੇ ਦਲੀਲਾਂ ਦੁਨਿਆਵੀ ਨਹੀਂ ਕੰਮ ਕਰਦੀਆਂ ਹੁਣ। ਇੱਕ ਸਮੇਂ ਮੋਕੋ ਗਏ ਬੰਦ ਤੋ ਫੁਣ ਮੋਪੈ ਜਵਾਬ ਨਾ ਹੋਏ। ਇੱਕ ਸਮਾਂ ਕਹਿੰਦਾ ਜੇ ਮੈਨੂੰ ਵੀ ਬੰਨ ਲੈਂਦਾ ਉਹ ਤਾਂ ਪੂਰਨ ਬ੍ਰਹਮ ਮੋਕੋ ਗਏ ਬੰਦ। ਪੂਰਨ ਬ੍ਰਹਮ ਨੂੰ ਬੰਨ ਲੈਂਦਾ ਹੈ ਨਾ। ਜਦ ਬ੍ਰਹਮ ਦਾ ਮਾਂਝਾ ਜਿੱਤ ਲਿਆ, ਜਦ ਗੁਰਬਾਣੀ ਨੇ ਘੇਰ ਲਿਆ ਬ੍ਰਹਮ ਨੂੰ, ਹੱਥ ਖੜੇ ਕਰਾ ਲਏ, ਇੱਕ ਸਮੇਂ ਤਾਂ ਬ੍ਰਹਮ ਆਪਣੀ ਸੁਰਤ ਨੂੰ ਪਟਦਾ ਮਾਇਆ ਚੋਂ ਕੱਢਦਾ। ਜਦੋਂ ਹਾਰ ਮੰਨ ਜਾਂਦਾ ਗੁਰਬਾਣੀ ਤੋਂ, ਜਦ ਉਹਦੀ ਬੁੱਧ ਬਦਲ ਦਿੰਦੀ ਹੈ, ਜਦ ਭਗਤ ਉਹਦੀ ਬੁੱਧ ਬਦਲ ਦਿੰਦਾ ਬ੍ਰਹਮ ਦੀ। ਇੱਕ ਸਮੇਂ ਮੋਕੋ ਗਏ ਬੰਦ। ਜਦ ਭਗਤ ਦੇਖੋ, ਜਦ ਭਗਤ ਜਿਹੜਾ ਹੈਗਾ ਗੁਰਬਾਣੀ ਦੇ ਉਪਦੇਸ਼ ਨਾਲ ਬ੍ਰਹਮ ਦੀ ਬੁੱਧ ਬਦਲੀ ਜਾਂਦੀ ਹੈ। ਉਹਦੀ ਬੁੱਧ ਦੇ ਜਵਾਬ ਬਦਲ ਗਈ,
ਫਿਰ ਉਹ ਬਣਿਆ ਫਿਰ ਜਵਾਬ ਨਹੀਂ ਆਉਂਦਾ। ਮੋਹੇ ਠਾਕਰ ਵੱਲੋਂ ਹੀ ਆ ਰਿਹਾ, ਤਾਂ ਹੀ ਠੀਕ ਆ ਰਿਹਾ। ਫਿਰ ਜਵਾਬ ਨਹੀਂ ਆਉਂਦਾ, ਕਹਿੰਦਾ ਮੈਨੂੰ ਨਹੀਂ ਜਵਾਬ ਆਉਂਦਾ, ਮੈਂ ਠਾਕਰ ਹਾਂ, ਮੈਨੂੰ ਨਹੀਂ ਉਸਦਾ ਜਵਾਬ ਆਉਂਦਾ। ਭਗਤ ਤੋਂ ਠਾਕਰ ਛੋਟਾ ਹੈ, ਭਗਤ ਵੱਡਾ ਹੈ। ਭਗਤ ਬਰਾਬਰ ਔਰ ਨਾ ਕੋਈ। ਹਾਂ, ਠਾਕਰ ਛੋਟਾ ਹੈ। ਇਹ ਜਿਹੜੇ ਬੜਾ ਰਹੀ ਸੀ ਪਿੱਛੇ ਜਿਹੜੀ ਭੂਤ ਬੰਦੇ ਭਗਤ ਨਾਲ ਛੁੱਟੇ ਮੋਹੇ, ਉਹ ਇਸੇ ਕਰਕੇ ਠਾਕਰ ਵਗੈਰਾ ਜਿਹੜੇ ਇਹਨਾਂ ਨੇ ਦੇਹਧਾਰੀ ਬਣਾਏ ਹੋਏ ਨੇ, ਬ੍ਰਹਮ ਪ੍ਰਭ ਸਾਰੇ ਦੇਹਧਾਰੀ ਬਣਾਏ ਨੇ। ਇੱਥੇ ਭਗਤ ਵੱਡਾ ਕਰਤਾ, ਭਗਤੇ ਵੱਡਾ ਹੁੰਦਾ। ਭਗਤ ਨਾਲ ਛੁੱਟੇ ਮੋਹੇ, ਭਗਤ ਇੱਕ ਹੈ, ਸਾਬਤ ਸੂਰਤ ਹੈ, ਬ੍ਰਹਮ ਨਹੀਂ ਹੈਗਾ, ਠਾਕੁਰ ਨਹੀਂ ਹੈਗਾ ਸਾਬਤ ਸੂਰਤ। ਉੱਥੇ ਵੀ ਠਾਕਰੇ ਕੋਲੇ ਉਹ ਹੋ ਜਦ ਕਿ ਘਰ में ठाकर नजर ना आवे, ਆਪਣੇ ਛੁੱਟਣ ਦਾ ਯਤਨ ਕਰੋ, ਹਮ ਛੁੱਟੇ ਤੋਂ ਮਰਾਦੇ। घर में ठाकर है, ਹਿਰਦੇ ਠਾਕਰ ਹੈ। ਫਿਰ ਉਹ ਜੂਨ ਦੇ ਵਿੱਚ ਹੈ, ਉਸ ਨੇ ਆਪਣੀ ਸੁਰਤ ਬੰਨੀ ਹੋਈ ਹੈ। ਅਗਲੀ ਪੰਕਤੀ ਉਹਦੇ ਵੱਲ ਨਹੀਂ ਆ ਰਹੀ ਹੈ ਕਿ ਸਮੇਂ ਮੋਕ ਹੋ ਗਏ ਬੰਦੇ। ਹਾਂ, ਇੱਕ ਸਮੇਂ ਕਿਸੇ ਸਮੇਂ ਜੇ ਮੈਨੂੰ ਵੀ ਫੜ ਕੇ ਜਦੋਂ ਤੁਰਕੀ ਬਾਣੀ ਆਉਂਦੀ ਹੈ, ਇਹ ਵੀ ਲਾਜਵਾਬ ਹੋ ਜਾਂਦਾ ਉਦੋਂ। ਇੱਕ ਸਮੇਂ ਮੋਕ ਹੋ ਗਏ ਬੰਦ, ਗਏ ਬੰਦੇ ਜਾਂ ਤੁਰਕੀ ਬਾਣੀ ਆਉਂਦੀ ਹੈ, ਸੋਝੀ ਆਉਂਦੀ ਹੈ, ਇਹਨੂੰ ਵੀ ਜਵਾਬ ਨਹੀਂ ਆਉਂਦਾ ਠਾਕੁਰ। ਹੁਣ ਮੈਂ ਮੋਹ ਪੈ ਜਵਾਬ ਨਾ ਹੋਏ, ਮੇਰੇ ਕੋਲ ਜਵਾਬ ਹੀ ਨਹੀਂ ਉਸ ਗੱਲ ਦਾ। ਮੇਰੇ ਕੋਲ ਨਹੀਂ ਜਵਾਬ ਗੁਰਬਾਣੀ ਦਾ। ਤੁਰਕੀ ਬਾਣੀ ਆਉਂਦੀ ਹੈ, ਮੇਰੇ ਕੋਲ ਜਵਾਬ ਨਹੀਂ। ਭਗਤ ਬਾਣੀ, ਤੁਰਕੀ ਬਾਣੀ ਜਾਂ ਸੋਝੀ ਅੰਦਰੋਂ ਆਉਂਦੀ ਹੈ, ਜਿੱਥੇ ਮੈਂ ਖੜ ਜਾਣਾ ਵੀ ਹੁਣ ਕਿੱਧਰ ਨੂੰ ਜਾਵਾਂ, ਜਾਂ ਮੈਨੂੰ ਆਉਂਦੀ ਹੈ ਤਾਂ ਮੈਨੂੰ ਜਦੋਂ ਜਵਾਬ ਨਾ ਹੋਏ ਮੰਨਣੀ ਪੈਂਦੀ ਹੈ। ਉਹ ਗੱਲ ਹੁੰਦੀ, ਉਹ ਸੱਚ ਹੈ। ਉਹ ਮੇਰੇ ਤੋਂ ਜਵਾਬ ਨਹੀਂ ਆਉਂਦਾ, ਠਾਕਰ ਬੋਲ ਰਿਹਾ ਹੈ। ਆਹੋ, ਉੱਥੇ ਵੀ ਠਾਕਰੇ ਆ ਆਪਣੇ ਛੁੱਟਣ। ਸ਼ਬਦ ਠਾਕਰ ਤੋਂ ਸ਼ੁਰੂ ਹੋਇਆ। ਹਾਂ, ਠਾਕਰ ਤੋਂ ਸ਼ੁਰੂ ਹੋਇਆ। ਉਹ ਠਾਕਰ ਨੂੰ ਤਾਂ ਚੈਲੰਜ ਕਰਤਾ ਉਹਨੇ ਵੀ ਆ ਜਾ ਮੇਰੇ ਨਾਲ ਹੋੜ ਖੇਡ ਲੈ। ਜਾਨਾ ਠਾਕਰ ਬਰਾਬਰ ਨੇ ਇਹ। ਹੁਣ ਜਨ ਵੀ ਹੋਈ ਹੈ ਠਾਕਰ, ਜਨ ਵਾਲੀ ਅਵਸਥਾ ਹੀ ਠਾਕਰ ਦੀ ਅਵਸਥਾ ਦਿਖਾਈ ਹੈ। ਜੇ ਜਾਨਾ ਠਾਕਰ ਦੋਏ ਬਰਾਬਰ ਨੇ, ਜਦ ਮਨ ਜਨ ਹੋ ਗਿਆ ਠਾਕਰ ਬਰਾਬਰ ਹੋ ਗਏ, ਦੋ ਇੱਕ ਹੋ ਗਏ, ਤਾਂ ਜਨ ਜਿੰਨੀ ਉਹ ਬਾਬਰ ਹੈ ਠਾਕਰ 'ਚ ਵੀ ਵਧਣੀ ਹੈ। ਜੋ ਜਨ ਦੀ ਅਵਸਥਾ ਉਹੀ ਠਾਕਰ ਦੀ ਅਵਸਥਾ। ਮੇਰੋ ਨਿਜ ਰੂਪ ਕਹਿਦਾ ਦਾਸ ਅਨਿਨ ਮੇਰੋ ਨਿਜ ਰੂਪ। ਆ ਜਿਹੜੇ ਦਾਸ ਅਨਿਨ ਨੇ ਉਹ ਵੀ ਮੇਰਾ ਨਿਜ ਰੂਪ ਨੇ, ਉਹਦੇ ਜਿੰਨੀ ਬਾਬਰ ਮੇਰੇ 'ਚ ਹੈ। ਮੈਂ ਉਹਦੇ ਨਾਲ ਵੱਡਾ ਨਹੀਂ ਹੈਗਾ। ਹੁਣ ਹਾਂ, ਭਗਤ ਅੱਡਾ ਉਹ ਕਹਿਣ ਸੁਣਨ ਕੋ ਦੂਜੇ ਵਾਲਾ ਭੁਲੇਖਾ ਕੱਢਿਆ ਇੱਥੇ ਲਿਆ ਕੇ। ਜਿਹੜਾ ਕਹਿਣ ਸੁਣਨ ਕੋ ਦੂਜਾ ਸੀ ਨਾ, ਉਹ ਐਡਮਿਟੇ ਕਰ ਗਿਆ ਵੀ ਦੋ ਇੱਕ ਹੋਈਆਂ ਸੀ, ਬਰਾਬਰ ਹੀ। ਉਹ ਜਾਂ ਪੰਜ, ਉਹ 'ਚ ਹਾਂ ਸੀ, ਉਹ 'ਚ ਮੈਂ ਸੀ। ਹਾਂ ਮੈਂ ਵਿੱਚੋਂ ਜਾਏ। ਹਾਂ ਕਿਹਦੇ 'ਚ ਹਾਂ ਆਇਆ ਦੂਰੋਂ ਚੱਲ ਕੇ, ਉਹਦੇ ਨੁਕਸ ਨਹੀਂ ਸੀ। ਉਹ ਠਾਕਰ ਜੀ ਸੀਗਾ। ਹੈਂ, ਠਾਕਰ 'ਚ ਸੀ। ਹਾਂ, ਹੰਸ ਵਿੱਚੇ ਸੀ। ਹਾਂ, ਮੈਂ ਤੱਕੀ ਤੋਂ ਸਰਨਾਏ ਜੀ। ਉਹ ਮੈਂ ਗੁਣ ਬੰਧ ਸਗਲ ਕੀ ਜੀਵਨ, ਮੇਰੀ ਜੀਵਨੀ ਮੇਰੇ ਦਾਸ। ਮੈਂ ਗੁਣਵੰਤ ਸਗਲ ਕੀ ਜੀਵਨੀ, ਜੇ ਮੈਂ ਗੁਣਾ ਨਾ ਬਚ ਜਾਂ ਗੁਣਵੰਤਾ ਹੋ ਜਾ। ਮੈਂ ਗੁਣਬੰਧ, ਉਹ ਗੁਣਵੰਤ ਹੈ ਜੇ ਹੁਕਮ ਦੇ ਵਿੱਚ ਗੁਣਵੰਤ ਹੈ। ਸਗਲ ਕੀ ਜੀਵਨ, ਫਿਰ ਸਗਲ ਦੀ ਜੀਵਨੀ ਹੈ। ਮੈਂ ਇੱਕ ਹੋ ਕੇ ਉੱਗੇ ਆਉਣਾ। ਫਿਰ ਮੇਰੀ ਜੀਵਨੀ ਮੇਰੇ ਦਾਸ, ਮੇਰੀ ਜੀਵਨੀ ਮੇਰੇ ਦਾਸ ਨੇ। ਮੇਰੀ ਜੀਵਨੀ ਮੇਰੇ ਦਾਸ ਕੇ ਮੈਨੇ ਹੁਣ, ਜੇ ਮੇਰੇ ਦਾਸ ਨਾ ਹੁੰਦੇ ਤਾਂ ਮੈਂ ਜਨਮ ਲੈ ਕੇ ਕੀ ਕਰਨਾ ਸੀ? ਸ਼ਬਦ ਗੁਰੂ ਨੇ ਕਿਉਂ ਪ੍ਰਗਟ ਹੋਣਾ ਸੀ? ਜੀਵਨ ਕੀ ਹੈ? ਸੁਨ ਸਮਾਧ ਤੇ ਬਿਨਾਂ ਜਾਂ ਸਹਿ ਸਮਾਧ ਜਾਂ ਜੀਵਨ ਚਾਲੂ ਹੁੰਦਾ। ਜਿੰਨਾ ਜਦ ਸੁਨ ਸਮਾਧ ਲਗਾਇਆ ਤਾਂ ਉਹਨਾਂ 'ਚ ਜੀਵਨ ਨਹੀਂ ਚੱਲਦਾ, ਜੀਵਨ ਨਹੀਂ ਮੰਨਿਆ ਜਾਂਦਾ। ਉਦੋਂ ਸਮਾਂ ਹੀ ਨਹੀਂ ਹੁੰਦਾ। ਮੇਰੀ ਜੀਵਨੀ ਮੇਰੇ ਦਾਸ, ਦਾਸਾਂ ਕਰ ਗਈ ਹੈ। ਦਸਮ ਪਾਤਸ਼ਾਹ ਕੀ ਕਹਿੰਦੇ ਨੇ? ਇਨਹੀ ਕੀ ਕਿਰਪਾ ਕੇ ਸਜੇ ਹਮ ਨਹੀਂ ਮੋਸੋਂ ਗਰੀਬ ਕਰੋੜ ਭਰੇ। ਉਹੀ ਤਾਂ ਗੱਲ ਹੈ, ਹੋਰ ਕੀ ਹੈ? ਮੇਰੇ ਜਨਮ ਲੈਣ ਦੀ ਲੋੜ ਕੀ ਸੀ? ਮੇਰੀ ਜੀਵਨੀ ਮੇਰੇ ਦਾਸ। ਸ਼ਬਦ ਗੁਰੂ ਜਿੰਨਾ ਚਿਰ ਪ੍ਰਗਟ ਹੈ, ਕਾਹਦੇ ਵਾਸਤੇ ਹੈ? ਸਿੱਖਿਆ ਦੇਣ ਵਾਸਤੇ ਦਾਸਾਂ ਨੂੰ, ਮੰਨਣ ਵਾਲਿਆਂ ਵਾਸਤੇ ਹੀ ਹੈ ਨਾ। ਫਿਰ ਜੋ ਹਮ ਪਾਪ ਕਰਨਤਾ ਪਤਿਤ ਪਾਵਨ ਦਾ ਨਾਮ ਕੈਸੇ ਹੁੰਦਾ, ਨਾਮ ਕੈਸੇ ਹੁੰਦਾ। ਉੱਥੋਂ ਆ ਕੇ ਤਾਂ ਇਹ ਪਤਾ ਲੱਗਦਾ ਵੀ ਗੱਲ ਕਿੱਥੋਂ ਕਿੱਥੇ ਜਾਂਦੀ ਹੈ। ਮੈਂ ਗੁਣਬੰਧ ਸਗਲ ਕੀ ਜੀਵਨ, ਮੇਰੀ ਜੀਵਨੀ ਮੇਰੇ ਦਾਸ। ਮੈਂ ਗੁਣਵੰਤ, ਜੇ ਮੈਂ ਗੁਣਾਂ ਦੇ ਵਿੱਚ ਪੂਰਾ
ਗੁਣਾਂ 'ਚ ਬੱਝਿਆ ਹੋਇਆ, ਔਗਣਾਂ ਤੋਂ ਮੁਕਤਾਂ, ਫਿਰ ਸਗਲ ਕੀ ਜੀਵਨ। ਸਾਰਿਆਂ ਨੂੰ ਜੀਵਨ ਦਾਨ ਦੇਣ ਵਾਲਾ ਫਿਰ ਮੈਂ, ਉਹ ਸਾਰਿਆਂ ਨੂੰ ਮੁਕਤ ਕਰਨ ਵਾਲਾ, ਜੀਵਨ ਦਾਨ ਦੇਣ ਵਾਲਾ ਹੀ ਹੈ। ਫਿਰ ਜਿੰਨੇ ਵੀ ਸੱਚਖੰਡ 'ਚ ਬੈਠੇ ਨੇ ਸਾਰੇ ਜੀਵਨ ਮੁਕਤ ਨੇ ਔਰ ਜੀਵਨ ਦਾਨ ਦੇਣ ਵਾਲੇ ਨੇ ਸਾਰਿਆਂ ਨੂੰ। ਹੁਕਮ ਕੀ ਹੈ? ਹੁਕਮ ਜੀਵਨ ਦਾਨ ਹੈ। ਆ ਪਿੱਛੇ ਆਈ ਹੈ ਪਰਸਦ ਮੁਕਤ ਕਰਤ ਗ੍ਰਹਿ ਗੋਪ। ਬਸ ਫਿਰ ਨਾਮਦੇਵ ਜਾ ਕੇ ਜੀ ਐਸੀ ਤੈਸੋ ਤਾਕੈ ਪ੍ਰੇਮ ਪ੍ਰਗਾਸ। ਨਾਮਦੇਵ ਕਹਿੰਦਾ ਜਿਹਦੇ ਜੀ ਦੇ ਵਿੱਚ ਇਹ ਗੱਲ ਸਮਝ ਆ ਗਈ, ਜਿਹਨੂੰ ਨਾਮਦੇਵ ਜਾ ਵੀ ਕੇ ਠਾਕੁਰ ਔਰ ਸੇਵਕ ਕੋਈ ਹੁੰਦੇ ਨੇ, ਕੋਈ ਫਰਕ ਨਹੀਂ, ਉਹਦੇ ਅੰਦਰ ਉਹ ਜਿਹਾ ਪ੍ਰਕਾਸ਼ ਹੋ ਜੂ। ਤੈਸੋ ਤਾਕੈ ਪ੍ਰੇਮ ਪ੍ਰਗਾਸ। ਫਿਰ ਪ੍ਰੇਮ ਪ੍ਰਕਾਸ਼ ਹੋਊਗਾ, ਉਹ ਤਾਂ ਪਹਿਲਾਂ ਨਹੀਂ ਹੁੰਦਾ। ਫਿਰ ਆ ਕੇ ਵਿਸ਼ਨੂੰ ਔਰ ਸ਼ਿਵ ਜੀ ਔਰ ਕ੍ਰਿਸ਼ਨ ਥੱਲੇ ਰਹਿ ਜਾਣੇ ਨੇ, ਤਾਂ ਆ ਕੇ ਥੱਲੇ ਰਹਿਣੇ ਨੇ, ਪਹਿਲਾਂ ਨਹੀਂ ਰਹਿੰਦੇ। ਹੁਣ ਉਹ ਅਗਿਆਨਤਾ ਨਾਲ ਵੀ ਨਹੀਂ ਥੱਲੇ ਕਰਨੇ ਅਸੀਂ, ਵੀ ਅਸੀਂ ਨਹੀਂ ਜੀ ਮੰਨਦੇ ਇਹਨਾਂ ਨੂੰ, ਇਹ ਅਗਿਆਨਤਾ। ਪ੍ਰਕਾਸ਼ ਨਾਲ ਥੱਲੇ ਹੋਣ, ਪ੍ਰਕਾਸ਼ ਇਹ ਸਾਡੇ ਕੋਲ ਵੱਧ ਹੋਵੇ, ਗੀਤਾ ਤੋਂ ਵੱਧ ਪ੍ਰਕਾਸ਼ ਹੋਵੇ ਸਾਡੇ ਕੋਲ, ਤਾਂ ਕ੍ਰਿਸ਼ਨ ਥੱਲੇ ਆਉਂਦਾ। ਮਹਾਭਾਰਤ ਤੋਂ ਵੱਧ ਪ੍ਰਕਾਸ਼ ਹੋਵੇ ਸਾਡੇ ਕੋਲ, ਤਾਂ ਮਹਾਭਾਰਤ ਥੱਲੇ ਰਹਿ ਜਾਂਦੀ ਹੈ। ਰਾਮਾਇਣ ਤੋਂ ਵੱਧ ਪ੍ਰਕਾਸ਼ ਸਾਡੇ ਕੋਲ ਹੋਵੇ, ਰੋਸ਼ਨੀ ਅਸੀਂ ਜ਼ਿਆਦਾ ਪਾ ਸਕੀਏ, ਫਿਰ ਉਹ ਗੀਤ ਥੱਲੇ ਰਹਿੰਦੀ ਹੈ। ਅੱਖਾਂ ਵਿੱਚ ਕੇ ਥੋੜ੍ਹੀ ਹੈ ਹਰੇਕ ਨੂੰ ਨਿੰਦਿਆ ਕਰੀ ਜਾਓ ਤੁਸੀਂ, ਹਰੇਕ ਨੂੰ ਘਟੀਆ ਦੱਸੀ ਜਾਓ, ਇੱਦਾਂ ਨਹੀਂ ਦੱਸਿਆ ਜਾ ਸਕਦਾ। ਉਹਦਾ ਨਹੀਂ ਕੋਈ ਫਾਇਦਾ ਉਹਨਾਂ ਗੱਲਾਂ ਦਾ, ਉਹ ਮੂਰਖਾਂ ਦੀ ਗੱਲ ਹੈ। ਉਦੋਂ ਜ਼ਿਆਦਾ ਪ੍ਰਕਾਸ਼ ਪੈਦਾ ਕਰ ਦਿਓ। ਸੂਰਜ ਦਾ ਪ੍ਰਕਾਸ਼ ਜ਼ਿਆਦਾ, ਸਭ ਮੰਨਦੇ ਨੇ, ਚੰਦ ਸਾਲ ਤਾਰੇ ਸਭ ਤੋਂ ਸੂਰਜ ਜ਼ਿਆਦਾ। ਜਦ ਪ੍ਰਕਾਸ਼ ਕੀਤਾ ਨਾ ਸੂਰਜ ਨੇ, ਤਾਂ ਮਨਾਇਆ, ਤਾਂ ਮੰਨਦੇ ਨੇ। ਪ੍ਰਕਾਸ਼ ਮਨਾਉਂਦਾ ਸੂਰਜ ਦਾ, ਵੀ ਚੰਦ ਤਾਰੇ ਭਾਈ ਸਭ ਥੱਲੇ ਨੇ, ਚੰਦ ਤਾਰੇ ਨੇ ਸਾਰੇ ਥੱਲੇ ਨੇ। ਉਹ ਸ਼ਿਵ ਜੀ ਦੇ ਮੱਥੇ ਤੇ ਕੀ ਹੈ? ਚੰਦਾ ਹੀ ਹੈ, ਹੋਰ ਕੀ ਹੈ? ਉੱਥੇ ਰੱਖਿਆ ਨਾ, ਇੱਥੇ ਉਹਨਾਂ ਨੇ ਕਹਾ, ਉਹਨਾਂ ਨੇ ਵੀ ਚੰਦੇ ਰੱਖਿਆ ਮਸਜਿਦ ਦੇ ਉੱਤੇ। ਨਾਮਦੇਵ ਜਾ ਕੇ ਜੀ ਐਸੀ ਤੈਸੋ ਤਾਕੈ ਪ੍ਰੇਮ ਪ੍ਰਗਾਸ। ਜਿਹਦੇ ਜੀ ਦੇ ਵਿੱਚ ਐਸੀ ਗੱਲ ਹੈ ਕਿ ਠਾਕਰ ਤੋਂ ਸੇਵਕ, ਸੇਵਕ ਤੋਂ ਠਾਕਰ ਇੱਕੋ ਹੀ ਗੱਲ ਹੈ। ਤੈਸੋ ਠਾਕਰ ਤੋਂ ਜੇ ਸੇਵਕ ਪੈਦਾ ਹੁੰਦਾ ਹੈ, ਜੇ ਠਾਕੁਰ ਸੇਵਕ ਨੂੰ ਪ੍ਰਗਟ ਕਰਦਾ ਹੈ ਸੰਸਾਰ 'ਚ, ਠਾਕੁਰ ਹੈ ਤਾਂ ਹੀ ਸੇਵਕ ਪੈਦਾ, ਜੀ ਪੈਦਾ ਹੋਇਆ ਨਾ। ਜਨਮ ਦਿੱਤਾ ਠਾਕੁਰ ਨੇ ਸੇਵਕ ਨੂੰ, ਸੇਵਕ ਠਾਕੁਰ ਨੂੰ ਜਨਮ ਦਿੰਦਾ। ਫਿਰ ਜਦ ਸੇਵਕ ਉਹਦੇ ਨਾਲ ਜਾ ਕੇ ਰਲਦਾ ਤਾਂ ਇੱਕ ਹੁੰਦਾ, ਤਾਂ ਸਤਿਗੁਰ ਦਾ ਜਨਮ ਹੁੰਦਾ। ਆਹ ਗੱਲ ਹੈ। ਹਾਂ ਦਾਸ ਮੇਰੀ ਜੀਵਨੀ ਤਾਂ ਆਇਆ। ਹਾਂ ਦਾਸ ਜੀਵਨੀ ਤਾਂ ਮੇਰੇ ਦਾਸ, ਮੇਰੇ ਦਾਸ। ਜਦ ਸੇਵਕ ਆਪਣਾ ਸਰੈਂਡਰ ਕਰਕੇ ਉਹਦੇ ਵਿੱਚ ਆਪਣੀ ਸਭ ਕੁਝ ਦੇ ਦਿੰਦਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ, ਜਦ ਇਹ ਹੋ ਜਾਂਦਾ ਤਾਂ ਸਤਿਗੁਰ ਦਾ ਜਨਮ ਹੁੰਦਾ। ਸਤਿਗੁਰ ਕੇ ਜਨਮ ਹੈ ਤਾਂ ਗਬਨ ਮਿਟਦਾ, ਤਾਂ ਉਹਨੂੰ ਜਨਮ ਮਿਲਦਾ, ਉਹਦੀ ਜੀਵਨੀ ਸ਼ੁਰੂ ਹੁੰਦੀ।